ਆਯੁਰਵੈਦ ਹੈ ਬਹੁਤ ਸਾਲਾਂ ਤੋਂ ਹਜ਼ਾਰ ਸਾਲਾਂ ਤੋਂ ਜਿਹੜੇ ਆਪਣੇ ਜਿਹੜੇ ਪੁਸ਼ਤੀ ਸੀਗੀਆਂ ਉਹਨਾਂ ਤੋਂ ਚੱਲਦੀ ਆ ਰਹੀ ਹੈ। ਹੁਣ ਉਸ ਚੀਜ਼ ਉੱਤੇ ਜੇ ਕੋਈ ਡਾਕਟਰ ਸਵਾਲ ਖੜਾ ਕਰਦਾ ਤੁਹਾਡੇ ਹਿਸਾਬ ਨਾਲ ਠੀਕ ਹੈ? ਕਿਸੇ ਸਿਸਟਮ ਦੀ ਨਿਖੇਧੀ ਕਰਨੀ ਬਹੁਤ ਮਾੜੀ ਗੱਲ ਹੈ। ਅੱਜ ਰਾਮਦੇਵ ਜੀ ਜੋ ਗੱਲ ਤਾਂ ਕਰ ਰਹੇ ਨੇ, ਪਰ ਉਹਨਾਂ ਦੇ ਆਪਣੇ ਸਟਾਫ ਚੋਂ ਇੱਕ ਬੰਦਾ ਕਰੋਨਾ ਦਾ ਇਲਾਜ ਕਰਾਉਂਦੇ ਚਲਾ ਗਿਆ। ਇੱਕ ਇੰਟਰਵਿਊ ਦੇ ਵਿੱਚ ਵੀ ਉਹਨਾਂ ਨੇ ਜ਼ਿਕਰ ਕੀਤਾ ਕਿ ਡਾਕਟਰ ਟਰ ਕਰਕੇ ਵੀ ਇਹ ਡਾਕਟਰ ਜਿਹੜੇ ਨੇ ਵੀ ਆਪ ਤਾਂ ਕਹਿੰਦੇ ਕਰੋਨਾ ਕਰਕੇ ਇੰਨੇ ਮਰ ਗਏ, ਇਹ ਲੋਕਾਂ ਨੂੰ ਕੀ ਬਚਾਉਣਗੇ? ਵੀ ਇਹੋ ਜਿਹੇ ਬਿਆਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਅਸੀਂ ਤਾਂ ਉਹਨਾਂ ਨੂੰ ਸ਼ਹੀਦ ਦਾ ਦਰਜਾ ਦਿਲਾਉਣ ਵਾਸਤੇ ਲੜੇ ਹੋਏ ਹਾਂ। ਇਹ ਕਹਿ ਰਹੇ ਨੇ ਡਾਕਟਰ ਦਾ ਕੰਮ ਹੀ ਕੋਈ ਨਹੀਂ ਹੈ। ਦੱਸੋ ਇਹੋ ਜਿਹੇ ਬਿਆਨ ਦੇ ਕੇ ਸਾਬਿਤ ਕੀ ਕਰਨਾ ਚਾਹੁੰਦੇ ਨੇ? ਔਰ ਇਹਨਾਂ ਨੂੰ ਦੇਸ਼ ਭਰ 'ਚ ਇਸ ਵਕਤ ਲਾਹਨਤਾਂ ਮਿਲ ਰਹੀਆਂ ਨੇ। ਇਹ ਸਿਰਫ ਆਪਣੀ ਦੁਕਾਨਦਾਰੀ ਚਮਕਾ ਰਹੇ, ਹੋਰ ਕੁਝ ਨਹੀਂ ਕਰ ਰਹੇ। ਇੱਕ ਇਹਨਾਂ ਦਾ ਵੀ ਬਿਆਨ ਆਇਆ ਕਿ ਜੀ 80% ਦਵਾਈ ਮੇਰੀ ਦਵਾਈ ਨਾਲ ਠੀਕ ਹੋਏ ਮਰੀਜ਼। 80% ਮਰੀਜ਼ਾਂ ਨੂੰ ਦਵਾਈ ਦੀ ਲੋੜ ਹੀ ਨਹੀਂ ਕਰੋਨਾ ਦੇ। ਮੈਂ ਅੱਜ ਰਾਮਦੇਵ ਜੀ ਨੂੰ ਸਵਾਲ ਕਰਦਾ ਕਿ ਕਿਆ ਤੁਹਾਡੇ ਕੋਲ ਕੋਈ ਐਸੀ ਦਵਾਈ ਹੈ ਜਿਹੜੀ ਇੱਕ ਦਿਨ ਲੈ ਲਈ ਔਰ ਸਾਰੀ ਉਮਰ ਲਈ ਕਬਲ ਠੀਕ? ਫੜ ਤਾਂ ਮੈਨੂੰ ਕਿਸੇ ਦਾ ਪਿਓ ਵੀ ਨਹੀਂ ਸਕਦਾ, ਕਿਸੇ ਦਾ ਬਾਪ ਵੀ ਜਿਹੜਾ ਮੁਝੇ ਪਕੜ ਨਹੀਂ ਸਕਦਾ। ਵੀ ਤੁਹਾਨੂੰ ਕੀ ਲੱਗਦਾ ਵੀ ਖੁਦ ਰਾਮਦੇਵ ਵੀ ਬੋਲ ਰਹੇ ਨੇ ਕਿ ਉਹਨਾਂ ਨੂੰ ਪਤਾ ਵੀ ਪਿੱਛੇ ਉਹਨਾਂ ਦੇ ਕੋਈ ਹੈ ਸਪੋਰਟ ਕਰਨ ਵਾਸਤੇ ਸਰਕਾਰੀ ਦਰਬਾਰੇ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਗੁਰਪ੍ਰੀਤ ਸਿੰਘ ਬੱਲ ਪੰਜਾਬ ਨਿਊਜ਼ ਦੇਖਣੇ ਤੋਂ ਤੁਹਾਡਾ ਸਵਾਗਤ ਕਰਦਾ। ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ। ਕਰੋਨਾ ਦਾ ਮਹਾਕਾਲ ਚੱਲ ਰਿਹਾ ਹੈ। ਵੱਖ-ਵੱਖ ਜਿਹੜੇ ਨੇ ਡਾਕਟਰਸ ਨੇ ਉਹ ਇਸ ਤਰੀਕੇ ਨਾਲ ਪਰੇਸ਼ਾਨ ਹੋਏ ਨੇ ਕਿ ਕਿਵੇਂ ਇਸ ਚੀਜ਼ ਨੂੰ ਮਾਤ ਪਾਈ ਜਾਵੇ। ਜਿੱਥੇ ਸਰਕਾਰ ਫੇਲ ਹੁੰਦੀ ਨਜ਼ਰ ਆ ਰਹੀ ਹੈ, ਸਰਕਾਰ ਦੇ ਮੈਡੀਕਲ ਫੈਸਿਲਿਟੀਜ਼ ਜਿੱਥੇ ਫੇਲ ਹੋਈਆਂ ਨਜ਼ਰ ਆ ਰਹੀਆਂ ਨੇ, ਉੱਥੇ ਹੀ ਕਿਤੇ ਨਾ ਕਿਤੇ ਡਾਕਟਰ ਜਿਹੜੇ ਨੇ ਉਹਨਾਂ ਦਾ ਜੀ ਤੋੜ ਜਿਹੜੀ ਆ ਜਾਨ ਲੱਗੀ ਹੋਈ ਹੈ ਕਿਸੇ ਨਾ ਕਿਤੇ ਤਰੀਕੇ ਨਾਲ ਵੀ ਕਰੋਨਾ ਦੇ ਇਸ ਮਹਾਕਾਲ ਤੋਂ ਕਿਵੇਂ ਇਸ ਦੇਸ਼ ਨੂੰ ਬਚਾਇਆ ਜਾ ਸਕੇ। ਡਾਕਟਰ ਨੂੰ ਇੱਕ ਰੱਬ ਕਿਹਾ ਜਾਂਦਾ ਸੀਗਾ, ਦੂਸਰਾ ਰੱਬ ਜਿਹੜਾ ਧਰਤੀ ਤੇ ਇੱਕ ਡਾਕਟਰ ਨੂੰ ਕਿਹਾ ਜਾਂਦਾ ਸੀਗਾ। ਕਦੇ ਵੀ ਕਿਸੇ ਦੀ ਵੀ ਜਾਨ ਬਚਾਉਣੀ ਤਾਂ ਡਾਕਟਰ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਸੀਗਾ। ਪਰ ਉਸੇ ਡਾਕਟਰ ਦੇ ਮੈਂ ਕਹਿ ਸਕਦਾ ਕਿ ਗਿਆਨ ਉੱਤੇ, ਵਿਗਿਆਨ ਉੱਤੇ, ਸਾਇੰਸ ਉੱਤੇ ਅੱਜ ਬਹੁਤ ਵੱਡੀ ਜਿਹੜੀ ਆ ਉਂਗਲ ਹੈ ਬਾਬਾ ਰਾਮਦੇਵ ਨੇ ਖੜੀ ਕਰ ਦਿੱਤੀ ਹੈ। ਐਲੋਪੈਥੀ ਦੇ ਉੱਤੇ ਇੱਕ ਬਹੁਤ ਵੱਡਾ ਸਵਾਲ ਜਿਹੜਾ ਆ ਖੜਾ ਕਰ ਦਿੱਤਾ ਆ। ਬੜੇ ਵੱਡੇ ਸਟੇਟਮੈਂਟਸ ਜਿਹੜੇ ਨੇ ਬਾਬਾ ਰਾਮਦੇਵ ਵੱਲੋਂ ਦਿੱਤੇ ਗਏ ਨੇ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਜਾਵੇ ਤਾਂ ਸਟੇਟਮੈਂਟ ਵਾਪਸ ਵੀ ਲਏ ਗਏ ਨੇ। ਜੇ ਵਾਪਸ ਲਏ ਜਾਂਦੇ ਨੇ ਫਿਰ ਦਿੱਤੇ ਕਿਉਂ ਜਾਂਦੇ ਨੇ? ਇਸੇ ਚੀਜ਼ ਉੱਤੇ ਜਿਹੜੀ ਗੱਲਬਾਤ ਕਰਾਂਗੇ ਵੀ ਜਿਹੜੀ ਉਹਨਾਂ ਨੇ ਦਵਾਈ ਦਿੱਤੀ ਹੈ ਕੋਰੋਨਿਲ। ਉਹਨਾਂ ਦਾ ਕਹਿਣਾ ਹੈ ਕਿ ਕੋਰੋਨਿਲ ਕਰਕੇ ਜਿਹੜਾ ਆ ਬਹੁਤ ਲੋਕ ਠੀਕ ਹੋ ਰਹੇ ਨੇ। ਹਾਲਾਂਕਿ IMA ਦਾ ਇਹ ਕਹਿਣਾ ਹੈ ਕਿ ਕੋਰੋਨਿਲ ਕਰਕੇ ਜਿਹੜਾ ਆ ਲੋਕ ਜਿਹੜੇ ਨੇ ਉਹ ਜ਼ਿਆਦਾ ਜਿਹੜੇ ਨੇ ਉਹ ਕਰੋਨਾ ਦਾ ਸ਼ਿਕਾਰ ਹੋ ਰਹੇ ਨੇ। ਜਿਹੜਾ ਉਹਨਾਂ ਦਾ ਹੈਲਥ ਸਿਸਟਮ ਹੈ ਉਹ ਵੀਕ ਹੋ ਰਿਹਾ ਆ। ਆਯੁਰਵੇਦ ਤੇ ਐਲੋਪੈਥੀ ਦੀ ਜਿਹੜੀ ਹੁਣ ਲੜਾਈ ਆਪਸ ਦੇ ਵਿੱਚ ਚੱਲ ਰਹੀ ਹੈ ਕਿ ਕੀ ਸੱਚ ਹੈ, ਲੋਕ ਕਿਸ ਨੂੰ ਸਹੀ ਮੰਨਣ, ਬਾਬਾ ਰਾਮਦੇਵ ਨੂੰ ਜਾਂ IMA ਨੂੰ, ਐਲੋਪੈਥੀ ਨੂੰ? ਮੇਰੇ ਨਾਲ ਡਾਕਟਰ HK ਖਰਬੰਦਾ ਨੇ। ਆਪਾਂ ਸਾਰੀ ਗੱਲਬਾਤ ਡਿਟੇਲ ਦੇ ਵਿੱਚ ਕਰਾਂਗੇ ਉਹਨਾਂ ਨਾਲ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ। ਸ਼ੁਕਰੀਆ ਜੀ, ਬਹੁਤ ਬਹੁਤ। ਸਭ ਤੋਂ ਪਹਿਲਾਂ ਸਵਾਲ ਇਹ ਹੋਊਗਾ ਕਿ ਆਯੁਰਵੈਦ ਹੈ ਬਹੁਤ ਸਾਲਾਂ ਤੋਂ, ਹਜ਼ਾਰ ਸਾਲਾਂ ਤੋਂ ਜਿਹੜੇ ਆਪਣੇ ਜਿਹੜੇ ਪੁਸ਼ਤੀ ਸੀਗੀਆਂ ਉਹਨਾਂ ਤੋਂ ਚੱਲਦੀ ਆ ਰਹੀ ਹੈ। ਹੁਣ ਉਸ ਚੀਜ਼ ਉੱਤੇ ਜੇ ਕੋਈ ਡਾਕਟਰ ਸਵਾਲ ਖੜਾ ਕਰਦਾ ਤੁਹਾਡੇ ਹਿਸਾਬ ਨਾਲ ਠੀਕ ਹੈ? ਦੇਖੋ ਇਸ ਤਰ੍ਹਾਂ ਹੈ, ਜਿੰਨਾ ਵੀ ਸਿਸਟਮ ਆਫ ਮੈਡੀਸਨ ਹੈ ਜਿਹਨੂੰ ਭਾਰਤ ਸਰਕਾਰ ਨੇ ਜਾਂ ਵਿਸ਼ਵ 'ਚ ਹਰ ਜਗ੍ਹਾ ਮਾਨਤਾ ਮਿਲੀ ਹੈ, ਉਹ ਸਰਕਾਰਾਂ ਨੇ ਕੁਝ ਸੋਚ ਕੇ ਮਾਨਤਾ ਦਿੱਤੀ ਹੈ। ਮਾਡਰਨ ਮੈਡੀਸਨ ਐਵੀਡੈਂਸ ਬੇਸਡ ਮੈਡੀਸਨ ਹੈ। ਮਾਡਰਨ ਮੈਡੀਸਨ ਯਾਨੀ ਐਲੋਪੈਥਿਕ ਐਵੀਡੈਂਸ ਬੇਸਡ ਮੈਡੀਸਨ ਹੈ। ਐਵੀਡੈਂਸ ਦਾ ਮਤਲਬ ਹੈ ਪਹਿਲਾਂ ਸਟੱਡੀ ਹੋਏਗੀ, ਪਹਿਲਾਂ ਟੈਸਟ, ਉਹਦੀ ਸਟੱਡੀ ਹੋਣ ਤੋਂ ਬਾਅਦ, ਬਿਲਕੁਲ ਪ੍ਰੂਵਨ ਸਟੱਡੀ ਤੋਂ ਬਾਅਦ ਹੀ ਇਸਤੇਮਾਲ ਹੁੰਦੀ ਹੈ। ਸੋ ਉਹਦੇ 'ਚ ਕੋਈ ਡਾਊਟ ਦਾ, ਕੋਈ ਸ਼ੱਕ ਪੈਣ ਦਾ ਕੋਈ ਰੀਜ਼ਨ ਹੀ ਨਹੀਂ ਹੈ, ਕਿਉਂਕਿ ਵਰਲਡ ਓਵਰ ਇਹਦੇ ਰਿਸਰਚ ਪੇਪਰ ਪਹਿਲਾਂ ਪਬਲਿਸ਼ ਹੁੰਦੇ ਨੇ। ਕੋਈ ਵੀ ਦਵਾਈ ਹੈ ਪਹਿਲਾਂ ਉਹ ਡੰਗਰਾਂ 'ਤੇ ਟੈਸਟ ਹੁੰਦੀ ਹੈ, ਉਸ ਤੋਂ ਬਾਅਦ ਉਹ ਹਿਊਮਨ 'ਤੇ ਪ੍ਰੋਡਿਊਸ ਹੁੰਦੀ ਹੈ। ਅਤੇ ਹਰ ਚੀਜ਼ ਦੇ ਪ੍ਰੋਜ਼ ਕੌਣ, ਔਰ ਦੇਖੋ US FDA ਅਪਰੂਵਲ ਤੋਂ ਬਾਅਦ ਇਹ ਹਰ ਵਿਸ਼ਵ ਭਰ 'ਚ ਪਹਿਲੇ ਦਵਾਈਆਂ ਅਪਰੂਵ ਹੁੰਦੀਆਂ ਨੇ, ਫਿਰ ਇਸਤੇਮਾਲ ਹੁੰਦੀਆਂ ਨੇ। ਇਹਦੇ 'ਚ ਕੋਈ ਸ਼ਾਰਟਕਟ ਮੈਥਡ ਨਹੀਂ ਅਪਣਾਇਆ ਜਾਂਦਾ। ਤੇ ਦੇਖੋ ਕਿਸੇ ਸਿਸਟਮ ਦੀ ਨਿਖੇਧੀ ਕਰਨੀ ਬਹੁਤ ਮਾੜੀ ਗੱਲ ਹੈ। ਆਯੁਰਵੇਦ ਦਾ ਆਪਣਾ ਸਥਾਨ ਹੈ। ਆਯੁਰਵੇਦ ਦੁਨੀਆ ਦੀ ਸਭ ਤੋਂ ਪੁਰਾਣੀ ਪੱਧਤੀ ਹੈ। ਸਾਡੇ ਵੇਦਾਂ 'ਚ ਆਯੁਰਵੇਦ ਦਾ ਜ਼ਿਕਰ ਹੈ ਤੇ ਸੁਸ਼ਰੁਤ ਸੰਹਿਤਾ ਤੇ ਦੇਖੋ ਸਰਜਰੀ ਤੱਕ ਵੀ ਟੌਪ ਦੀ ਹੁੰਦੀ ਸੀ ਆਯੁਰਵੇਦ 'ਚ। ਐਸਾ ਨਹੀਂ ਹੈ ਕਿ ਆਯੁਰਵੇਦ ਮਾੜਾ, ਕੋਈ ਵੀ ਸਿਸਟਮ ਮਾੜਾ ਨਹੀਂ ਹੈ। ਕਿਸੇ ਸਿਸਟਮ ਦੀ ਕਿਤੇ ਲੋੜ ਹੈ, ਕਿਸੇ ਸਿਸਟਮ ਦੀ ਕਿਤੇ ਲੋੜ ਹੈ। ਅੱਜ ਰਾਮਦੇਵ ਜੀ ਜੋ ਗੱਲ ਤਾਂ ਕਰ ਰਹੇ ਨੇ, ਪਰ ਉਹਨਾਂ ਦੇ ਆਪਣੇ ਸਟਾਫ 'ਚੋਂ ਇੱਕ ਬੰਦਾ ਕਰੋਨਾ ਦਾ ਇਲਾਜ ਕਰਾਉਂਦੇ ਚਲਾ ਗਿਆ। ਉਹਨਾਂ ਦੇ ਸਾਥੀ ਆਚਾਰਿਆ ਬਾਲ ਕ੍ਰਿਸ਼ਨ ਜੀ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ 'ਚ ਖੁਦ ਇਲਾਜ ਕਰਵਾ ਰਹੇ ਸੀ। ਪਿੱਛੇ ਦਿਨੋਂ ਉਹਨਾਂ ਨੂੰ ਕੁਝ ਹਾਰਟ ਦੀ ਇਸ਼ੂ ਆਏ ਸੀ। ਤੇ ਦੇਖੋ ਐਮਰਜੈਂਸੀ ਔਰ ਸਰਜਰੀ, ਇਹਦੇ ਲਈ ਵਰਲਡ ਓਵਰ ਐਲੋਪੈਥੀ ਦੀ ਸੁਪਰੀਮੇਸੀ ਸਾਬਤ ਹੈ। ਹੋਮਿਓਪੈਥਿਕ
ਆਯੁਰਵੈਦਿਕ, ਨੈਚੁਰੋਪੈਥੀ, ਐਕਿਊਪੰਕਚਰ, ਇਹ ਜਿੰਨੇ ਅਲਾਈਡ ਸਿਸਟਮ ਆਫ ਮੈਡੀਸਨਸ ਨੇ ਭਾਰਤ ਸਰਕਾਰ ਨੇ ਆਯੂਸ਼ ਮੰਤਰਾਲੇ ਬਣਾਇਆ, ਉਸ ਮੰਤਰਾਲੇ ਦੇ ਹੇਠ ਸਾਰੇ ਪਾਏ ਹੋਏ ਨੇ ਔਰ ਸਾਰਿਆਂ ਨੂੰ ਭਾਰਤ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੈ। ਇਹਨਾਂ ਦੀ ਪੜ੍ਹਾਈ ਦੋਨਾਂ ਦੀ ਬਰਾਬਰ ਹੈ, ਆਯੁਰਵੇਦ ਦੀ ਵੀ ਪੜ੍ਹਾਈ ਓਨੀ ਹੈ, ਐਲੋਪੈਥੀ ਦੀ ਵੀ ਓਨੀ ਹੈ। ਲੇਕਿਨ ਕਾਨੂੰਨ ਵੱਲੋਂ ਜਿਹੜਾ MBBS ਦੀ ਡਿਗਰੀ ਲੈਂਦਾ ਉਹ ਐਲੋਪੈਥਿਕ ਪ੍ਰੈਕਟਿਸ ਕਰੇਗਾ, ਜਿਹੜਾ BAMS ਆਯੁਰਵੇਦ ਦੀ ਦਵਾਈ ਲੈਂਦਾ ਉਹ ਆਯੁਰਵੇਦ ਪ੍ਰੈਕਟਿਸ ਕਰੇਗਾ, ਜਿਹੜਾ BHMS ਹੋਮਿਓਪੈਥੀ ਡਿਗਰੀ ਲੈਂਦਾ ਉਹ ਹੋਮਿਓਪੈਥੀ ਪ੍ਰੈਕਟਿਸ ਕਰੇਗਾ। ਇਹਦੇ 'ਚ ਕੋਈ ਕਲੈਸ਼ ਨਹੀਂ ਹੈ। ਲੇਕਿਨ ਇੱਕ ਦੂਜੇ ਦੀ ਨਿਖੇਧੀ ਕਰਨਾ ਬਹੁਤ ਵੱਡਾ, ਬਹੁਤ ਮਾੜੀ ਗੱਲ ਹੈ, ਕਿਉਂਕਿ ਕੋਈ ਵੀ ਸਿਸਟਮ ਮਾੜਾ ਨਹੀਂ ਹੈ। ਇੱਥੇ ਹੁਣ ਜਿਵੇਂ ਆਯੁਰਵੇਦ ਦੇ ਉੱਤੇ ਵੀ, ਜਿਵੇਂ ਆਯੁਰਵੇਦ ਬਾਬਾ ਰਾਮਦੇਵ ਨੇ ਇੱਕ ਬਹੁਤ ਵੱਡਾ ਇਲਜ਼ਾਮ ਲਗਾਇਆ ਐਲੋਪੈਥੀ ਉੱਤੇ, ਜਿਸ ਦੇ ਉੱਤੇ ਲੋਕ ਭਰੋਸਾ ਕਰਦੇ ਸੀਗੇ, ਡਾਕਟਰ ਕੋਲ ਅਕਸਰ ਭੱਜ ਕੇ ਜਾਂਦੇ ਨੇ, ਤੇ ਉਸੇ ਡਾਕਟਰ ਉੱਤੇ ਉਹਨੇ ਸਵਾਲ ਖੜਾ ਕਰਤਾ। ਇੱਕ ਵੀਡੀਓ ਜਿਹੜੀ ਵਾਇਰਲ ਹੋ ਰਹੀ ਸੀਗੀ, ਉਸ ਦੇ ਵਿੱਚ ਐਂਡ ਦੇ ਵਿੱਚ ਉਹਨੇ ਜ਼ਿਕਰ ਇਹ ਕੀਤਾ ਸੀਗਾ, ਇੱਕ ਇੰਟਰਵਿਊ ਦੇ ਵਿੱਚ ਵੀ ਉਹਨਾਂ ਨੇ ਜ਼ਿਕਰ ਕੀਤਾ ਕਿ ਡਾਕਟਰ ਟਰ ਕਰਕੇ ਵੀ ਇਹ ਡਾਕਟਰ ਜਿਹੜੇ ਨੇ ਵੀ ਆਪ ਤਾਂ ਕਹਿੰਦੇ ਕਰੋਨਾ ਕਰਕੇ ਇੰਨੇ ਮਰ ਗਏ, ਇਹ ਲੋਕਾਂ ਨੂੰ ਕੀ ਬਚਾਉਣਗੇ, ਵੀ ਇਹੋ ਜਿਹੇ ਬਿਆਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਇਸ ਤੋਂ ਮੰਦਭਾਗਾ ਬਿਆਨ ਹਿੰਦੁਸਤਾਨ ਦੀ ਹਿਸਟਰੀ 'ਚ ਨਹੀਂ ਹੋ ਸਕਦਾ। ਉਹਨਾਂ ਨੂੰ ਖੁਦ ਦੇ ਜਿਹੜੇ ਡਾਕਟਰ ਨੇ, ਜਿੰਨੇ ਵੀ ਡਾਕਟਰ ਨੇ, ਜਿਹਨੂੰ ਵੀ ਅੱਜ ਦੀ ਡੇਟ 'ਚ ਬਚਾਇਆ ਲੋਕਾਂ ਨੂੰ, 1000 ਤੋਂ ਵੱਧ 1250 ਡਾਕਟਰ ਦੋਨੋਂ ਵੇਵ ਜੇ ਮਿਲਾ ਲਈਏ ਤੇ 1250 ਡਾਕਟਰਾਂ ਦੀ ਹਿੰਦੁਸਤਾਨ 'ਚ ਮੌਤ ਹੋਈ ਹੈ। 1250 ਡਾਕਟਰ, ਉਹ ਅਸੀਂ ਤਾਂ ਉਹਨਾਂ ਨੂੰ ਸ਼ਹੀਦ ਦਾ ਦਰਜਾ ਦਿਲਾਉਣ ਵਾਸਤੇ ਲੜੇ ਹੋਏ ਹਾਂ। ਇਹ ਕਹਿ ਰਹੇ ਨੇ ਡਾਕਟਰ ਦਾ ਕੰਮ ਹੀ ਕੋਈ ਨਹੀਂ ਹੈ। ਦੱਸੋ ਇਹੋ ਜਿਹੇ ਬਿਆਨ ਦੇ ਕੇ ਸਾਬਿਤ ਕੀ ਕਰਨਾ ਚਾਹੁੰਦੇ ਨੇ? ਇਹ ਸਿਰਫ ਔਰ ਸਿਰਫ ਇਹ ਆਪਣਾ ਫਾਇਦਾ ਦੇਖ ਰਹੇ ਨੇ, ਕਿਸੇ ਤਰੀਕੇ ਚਰਚਾ 'ਚ ਆ ਜਾਣ। ਔਰ ਇਹਨਾਂ ਨੇ, ਤੁਸੀਂ ਇਹ ਦੇਖੋ, ਇੱਕ ਨੈਸ਼ਨਲ ਚੈਨਲ ਦੇ ਪ੍ਰਾਯੋਜਿਤ ਕਾਰਜਕ੍ਰਮ 'ਚ IMA ਦੇ ਡਾਕਟਰ ਨਾਲ ਲੜਾਈ ਕੀਤੀ ਹੈ ਰੱਜ ਕੇ, ਔਰ ਇਹਨਾਂ ਨੂੰ ਦੇਸ਼ ਭਰ 'ਚ ਇਸ ਵਕਤ ਲਾਹਨਤਾਂ ਮਿਲ ਰਹੀਆਂ ਨੇ। ਔਰ ਐਸਾ ਦੇਖੋ, ਇਹ ਦੇਸ਼ ਨੂੰ ਭ੍ਰਮਿਤ ਕਰਨ ਵਾਲਾ ਕਿਉਂ ਕੰਮ ਕਰ ਰਹੇ ਨੇ? ਜੇ ਡਾਕਟਰੀ, ਜੇ ਇਹਨਾਂ ਦੇ ਆਯੁਰਵੇਦ 'ਚ ਦੇਖੋ, ਜਿਹੜਾ ਸਿਸਟਮ ਕੰਮ ਦਾ ਹੈ ਉਹ ਸਿਸਟਮ ਬੋਲੇਗਾ, ਉਹਨੂੰ ਤੁਹਾਨੂੰ ਬੋਲਣ ਦੀ ਲੋੜ ਨਹੀਂ ਹੈ। ਇੱਕ ਇਹਨਾਂ ਦਾ ਵੀ ਬਿਆਨ ਆਇਆ ਕਿ ਜੀ 80% ਦਵਾਈ, ਮੇਰੀ ਦਵਾਈ ਨਾਲ ਠੀਕ ਹੋਇਆ ਮਰੀਜ਼। ਜੇ ਭਾਈ ਤੁਹਾਡੀ ਦਵਾਈ ਨਾਲ ਠੀਕ, 80% ਮਰੀਜ਼ਾਂ ਨੂੰ ਦਵਾਈ ਦੀ ਲੋੜ ਹੀ ਨਹੀਂ, ਕਰੋਨਾ ਦੇ ਕਿਸੇ ਵੀ ਦਵਾਈ ਦੀ ਲੋੜ ਨਹੀਂ ਹੈ ਉਹਨਾਂ ਨੂੰ। ਉਹ ਤਾਂ ਸਿਰਫ ਜੇ ਬੁਖਾਰ ਚੜ੍ਹੇ ਤਾਂ ਕਿਸੇ ਦਵਾਈ ਦੀ ਲੋੜ ਹੈ, ਨਹੀਂ ਤਾਂ ਕਿਸੇ ਦਵਾਈ ਦੀ ਲੋੜ ਹੀ ਨਹੀਂ ਹੈ। ਜੇ ਸਿੰਪਟਮ ਨਹੀਂ ਆਉਣਗੇ ਤਾਂ ਕੋਈ ਦਵਾਈ ਦੀ ਲੋੜ ਨਹੀਂ ਹੈ। ਇਹਦੇ 'ਚ ਤੁਹਾਡੀ ਦਵਾਈ ਨੇ ਕੀ ਕਰ ਲਿਆ? ਸੋ ਇਹ ਆਪਣੀ ਵਡਾਈ ਕਰਨ ਤੋਂ ਇਲਾਵਾ ਔਰ ਦੂਜੇ ਦੀ ਨਿਖੇਧੀ ਕਰਨ ਤੋਂ ਇਲਾਵਾ ਇਹ ਸਿਰਫ ਆਪਣੀ ਦੁਕਾਨਦਾਰੀ ਚਮਕਾ ਰਹੇ, ਹੋਰ ਕੁਝ ਨਹੀਂ ਕਰ ਰਹੇ। IMA ਬਹੁਤ ਵੱਡਾ ਇਲਜ਼ਾਮ ਲਗਾ ਰਿਹਾ ਕਿ ਇੱਥੇ, ਜਿਵੇਂ ਤੁਸੀਂ ਗੱਲ ਕੀਤੀ ਕਿ 80% ਜਿਹੜੇ ਲੋਕ ਨੇ, ਜਿਵੇਂ ਬਾਬਾ ਰਾਮਦੇਵ ਦਾ ਕਹਿਣਾ ਹੈ ਕਿ ਉਹ ਸਾਡੀ ਇਸ ਕੋਰੋਨਲ ਦਵਾਈ ਤੋਂ ਠੀਕ ਹੋਏ ਨੇ। IMA ਕਹਿ ਰਿਹਾ ਕਿ ਤੁਹਾਡੀ ਦਵਾਈ ਤੋਂ ਤਾਂ ਜਿਹੜੇ ਲੋਕ ਜਿਹੜੇ ਸੀਗੇ ਉਹ ਹੋਰ ਜਿਹੜੇ ਨੇ, ਉਹ ਜਿਹੜੇ ਸੀਰੀਅਸ ਹੋ ਚੁੱਕੇ ਸੀਗੇ। ਕਈ ਇਹਨਾਂ ਦੇ ਇੱਕ ਸਵਾਸਥ ਜਿਹੜੇ ਯੋਗਾ ਦੇ ਵੀ ਜਿਹੜੇ ਗੁਰੂ ਸੀਗੇ ਆਪਾਂ ਦੇਖੇ ਨੇ ਕਿ ਉਹ ਵੀ ਜਿਹੜੇ ਪਿਛਲੇ ਦਿਨੀ ਜਿਹੜੇ ਜਿਨ੍ਹਾਂ ਦੀ ਮੌਤ ਹੋਈ ਹੈ, ਉਹ ਵੀ ਜੇ ਕਿ ਇੱਕ ਮੈਡੀਕਲ ਟਰੀਟਮੈਂਟ ਕਰਾਉਂਦੇ ਨੇ। ਹੋ ਸਕਦਾ ਜੇ ਬਾਬਾ ਰਾਮਦੇਵ ਆਪ ਵੀ ਜੇ ਬਿਮਾਰ ਹੁੰਦੇ ਹੋਣਗੇ, ਉਹ ਵੀ ਸ਼ਾਇਦ ਕਿਸੇ ਮੈਡੀਕਲ ਹਸਪੀਟਲ ਦੇ ਵਿੱਚ ਹੀ ਜਾਂਦੇ ਹੋਣਗੇ ਡਾਕਟਰ ਨੂੰ, ਜਿਨ੍ਹਾਂ ਨੂੰ ਮਾੜਾ ਕਹਿ ਰਹੇ ਨੇ। ਬਿਲਕੁਲ ਜਾਣਾ ਪਏਗਾ, ਜੇ ਹੁਣ ਤੱਕ ਨਹੀਂ ਵੀ ਗਏ ਹੋਣਗੇ। ਦੇਖੋ, ਜਿਹਨੂੰ ਵੀ ਐਮਰਜੈਂਸੀ ਦੀ ਲੋੜ ਪਏਗੀ, ਜਿਹਨੂੰ ਕੋਈ ਹਾਰਟ ਅਟੈਕ ਆਏਗਾ, ਉਹਨੂੰ ਐਲੋਪੈਥੀ ਦੀ ਸ਼ਰਨ, ਮਾਡਰਨ ਮੈਡੀਸਿਨ ਦੀ ਸ਼ਰਨ 'ਚ ਜਾਣਾ ਹੀ ਪਏਗਾ, ਔਰ ਜਾਣਾ ਵੀ ਚਾਹੀਦਾ। ਇਹਦੇ 'ਚ ਕੋਈ ਨਖੇਦੀ ਨਹੀਂ ਹੈ। ਜਿੱਥੇ ਤੱਕ ਰਹਿ ਗਈ ਗੱਲ ਕੋਰੋਨਿਲ ਦੀ, ਕੋਰੋਨਿਲ 'ਚ ਕੋਈ ਨਵੀਂ ਦਵਾਈ ਨਹੀਂ ਪਾਈ ਹੈ। ਕੋਰੋਨਿਲ 'ਚ ਜਿਹੜਾ ਅਣੂ ਤੇਲ ਹੈ, ਜਿਹੜੀ ਸ਼ਤਾਵਰੀ ਹੈ, ਇਹ ਸਾਰੀਆਂ ਆਯੁਰਵੇਦ ਦੀਆਂ ਦਵਾਈਆਂ ਨੂੰ ਮਿਕਸ ਕੀਤਾ ਗਿਆ। ਇਹਦੇ 'ਚ ਕੁਝ ਨਵਾਂ ਨਹੀਂ ਹੈਗਾ, ਕੋਈ ਨਵੀਂ ਕਾਢ ਨਹੀਂ ਕੱਢੀ। ਇਹਨਾਂ ਨੇ ਸਿਰਫ ਇੱਕ ਫਾਰਮੂਲਾ ਨਵਾਂ ਬਣਾਇਆ, ਉਹਦੇ 'ਚੋਂ ਵੀ ਇੱਕ ਤਾਂ ਬਿਲਕੁਲ ਹੀ ਪੁਰਾਣਾ ਹੈ। ਅਣੂ ਤੇਲ ਨੱਕ 'ਚ ਲਾਉਣ ਵਾਲਾ ਤੇਲ ਹੈ, ਉਹ ਵੀ ਅਲੱਗ ਹੈ। ਸੋ ਇਹਨਾਂ ਨੇ ਕੁਝ ਨਵਾਂ ਨਹੀਂ ਕੱਢਿਆ। ਇਹ ਸਿਰਫ ਸਾਰੇ ਮਾਰਕੀਟਿੰਗ ਦੇ ਗਿਮਿਕ ਹੈ। ਇਹ ਆਪਣਾ ਦੁਕਾਨਦਾਰੀ ਚਮਕਾਉਣ ਦਾ। ਦੇਖੋ, ਰਾਮਦੇਵ ਜੀ ਨੂੰ ਮੇਰਾ ਇਹ ਹੱਥ ਜੋੜ ਕੇ ਬੇਨਤੀ ਹੈ ਵੀ ਦੁਕਾਨਦਾਰੀਆਂ ਕਰਨ ਦੀ ਸਾਰੀ ਉਮਰ ਪਈ ਹੈ। ਤੁਸੀਂ ਪਹਿਲਾਂ ਇਹ ਦੇਸ਼ ਨੂੰ ਇਸ ਆਪਾਂ ਬਿਮਾਰੀ, ਮਹਾਮਾਰੀ ਤੋਂ ਤਾਂ ਕੱਢ ਲਈਏ, ਕਿਉਂ ਦੁਨੀਆ ਨੂੰ ਭਰਮਾ ਰਹੇ ਹੋ? ਦੇਖੋ, ਜੇ ਕੋਈ ਬੰਦਾ ਸੀਰੀਅਸ ਹੈ ਔਰ ਉਹ ਆਯੁਰਵੇਦ ਦੇ ਸਹਾਰੇ ਬੈਠਾ ਰਹੇ, ਆਕਸੀਜਨ ਉਹਦੀ 40-50 ਰਹਿ ਜਾਏ, ਉਹ ਤਾਂ ਹਸਪਤਾਲ ਜਾਣ ਤੋਂ ਵੀ ਗਿਆ। ਉਹ ਇਹੋ ਜਿਹੀਆਂ ਮੌਤਾਂ ਹੋਣਗੀਆਂ ਉਲਟਾ। ਦੇਖੋ, ਇਹ ਫੈਸਲਾ ਬਿਲਕੁਲ ਤੁਸੀਂ ਆਪਣੇ ਡਾਕਟਰਾਂ ਦੇ ਉੱਪਰ ਛੱਡ ਦਿਓ ਕਿ ਤੁਹਾਨੂੰ ਹਸਪਤਾਲ ਕਦੋਂ ਜਾਣਾ ਹੈ। ਦੇਖੋ, ਇਸ ਮਹਾਮਾਰੀ 'ਚ ਜਿੱਦਣ ਤੁਹਾਨੂੰ ਤਕਲੀਫ ਹੋਏ, ਜਿੱਦਣ ਤੁਹਾਨੂੰ ਇਹ ਪਤਾ ਲੱਗੇ ਕਿ ਜਾਂ ਤਾਂ ਤੁਹਾਡਾ ਟੈਸਟ ਪੋਜ਼ਿਟਿਵ ਆ ਗਿਆ ਜਾਂ ਤੁਹਾਡੇ 'ਚ ਕੋਈ ਸਿੰਪਟਮ ਆ ਗਿਆ, ਤਾਂ ਪਹਿਲੇ ਦਿਨ ਤੁਹਾਨੂੰ ਹੈਲਪਲਾਈਨ 'ਤੇ ਫੋਨ ਕਰਕੇ ਆਪਣੀ ਕੰਡੀਸ਼ਨ ਦੱਸ ਕੇ ਆਪਣੇ ਆਪ ਨੂੰ ਇਕਾਂਤਵਾਸ 'ਚ ਲੈ ਲੈਣਾ ਚਾਹੀਦਾ। ਅਤੇ ਨਾਲੇ ਜਿੱਦਾਂ ਤੁਹਾਡਾ ਡਾਕਟਰ ਕਹੇ ਉੱਦਾਂ ਕਰਨਾ ਚਾਹੀਦਾ। ਅੱਛਾ ਡਾਕਟਰ ਸਾਹਿਬ, ਤੁਸੀਂ ਵੀ ਕਰੋਨਾ ਦਾ, ਹੁਣ ਤੁਹਾਨੂੰ ਵੀ ਫੋਨ ਕਾਲਸ ਆਉਂਦੇ ਨੇ, ਤੁਸੀਂ ਵੀ ਆਪਣੀ ਜਿਹੜੀ ਹੈਲਪਲਾਈਨ ਨੰਬਰ ਦਿੱਤਾ ਹੋਇਆ ਆ, ਤੁਹਾਨੂੰ ਦਿਨ ਦੇ ਵਿੱਚ ਕਾਫੀ ਕਾਲਸ ਆਉਂਦੇ ਨੇ, ਉਹਨਾਂ ਵਿੱਚੋਂ ਤੁਸੀਂ ਹਰੇਕ ਪੇਸ਼ੈਂਟ ਨਾਲ ਡੀਲ ਵੀ ਕਰਦੇ ਹੋ, ਉਹਨਾਂ ਵਿੱਚੋਂ ਕਿੰਨੇ ਪੇਸ਼ੈਂਟ ਨੇ ਜਿਹੜੇ ਆਯੁਰਵੇਦ ਨਾਲ ਠੀਕ ਹੋਏ ਨੇ ਤੇ ਐਲੋਪੈਥੀ ਨਾਲ ਜਿਹੜੇ ਠੀਕ ਹੋਏ ਨੇ? ਦੇਖੋ, ਇਸ ਤਰ੍ਹਾਂ ਹੈ, ਬਿਲਕੁਲ ਕਿਸੇ 80 ਤੋਂ 85% ਮਰੀਜ਼
ਬਿਨਾਂ ਕਿਸੇ ਦਵਾਈ ਤੋਂ ਠੀਕ ਹੋ ਸਕਦੇ ਨੇ। ਕੋਈ ਉਹਨਾਂ ਨੂੰ ਦੇਖੋ, ਅਸੀਂ ਉਦੋਂ ਤੱਕ ਦਵਾਈ ਨਹੀਂ ਦਿੰਦੇ ਜਦ ਤੱਕ ਕੋਈ ਸਿੰਪਟਮ ਨਹੀਂ ਆਉਂਦੇ। ਸਾਡੇ ਕੋਲ ਕਈ ਵਾਰੀ ਮਰੀਜ਼ ਇਹ ਕਹਿੰਦੇ ਨੇ ਵੀ ਮੇਰੇ ਘਰ 'ਚ 3 ਪੋਜ਼ਿਟਿਵ ਆ ਗਏ, 3 ਪੋਜ਼ਿਟਿਵ ਨੇ, ਚੌਥਾ ਮੈਂ ਆ, ਤੇ ਮੈਨੂੰ ਤਾਂ ਮੈਨੂੰ 4 ਬੰਦੇ ਆ, 4 ਚੋਂ 1 ਨੂੰ ਸਿੰਪਟਮ ਹੈ, 1 ਦਿਨ ਬੁਖਾਰ ਆਇਆ, 3 ਨੂੰ ਤਾਂ ਕੋਈ ਸਿੰਪਟਮ ਨਹੀਂ ਆਇਆ, ਅਸੀਂ ਕੀ ਕਰੀਏ? ਤਾਂ ਅਸੀਂ ਕਹਿੰਦੇ ਕੋਈ ਦਵਾਈ ਨਹੀਂ ਲੈਣੀ, ਆਰਾਮ ਨਾਲ ਬੈਠੋ, 10 ਦਿਨ ਇਕਾਂਤਵਾਸ 'ਚ ਰਹੋ, ਜੇ ਕੋਈ ਤਕਲੀਫ ਹੋਏਗੀ ਤਾਂ ਅਸੀਂ ਦਵਾਈ ਦੇਵਾਂਗੇ। ਨਾ ਐਲੋਪੈਥੀ ਦੀ ਲੋੜ ਹੈ, ਨਾ ਹੋਮਿਓਪੈਥੀ ਦੀ ਲੋੜ। ਦੇਖੋ ਰਿਸਰਚ ਨੇ ਦੱਸਿਆ ਇਹ ਜਿਹੜੀ ਮਿਊਕਰਮਾਈਕੋਸਿਸ ਆ ਗਈ, ਜੇ ਤੁਸੀਂ ਜ਼ਿੰਕ ਜ਼ਿਆਦਾ ਖਾਓਗੇ ਤਾਂ ਵੀ ਜ਼ਿੰਕ 'ਚ ਫੰਗਸ ਹੋਣ ਦਾ ਖਤਰਾ। ਸੋ ਕੋਈ ਵਿਟਾਮਿਨ, ਕੋਈ ਦਵਾਈ ਤੁਸੀਂ ਆਪਣੀ ਮਰਜ਼ੀ ਨਾਲ ਨਹੀਂ ਲੈਣੀ। WhatsApp ਯੂਨੀਵਰਸਿਟੀ ਦੇ ਹਿਸਾਬ ਨਾਲ ਦਵਾਈ ਨਹੀਂ ਲੈਣੀ। ਤੁਹਾਨੂੰ ਜਦੋਂ ਕੋਈ ਤਕਲੀਫ ਹੈ ਆਪਣੇ ਡਾਕਟਰ ਨੂੰ ਫੋਨ ਕਰੋ, ਉਹਨਾਂ ਤੋਂ ਪੁੱਛੋ। ਸਾਡੇ ਕੋਲ ਦੇਖੋ ਹੈਲਪਲਾਈਨ 'ਤੇ ਮੇਰੇ ਰੋਜ਼ ਦੇ 400-500 ਕਾਲਸ ਹੈ, ਉਹਦੇ 'ਚੋਂ ਸਿਰਫ 10-20-25% ਲੋਕ ਐਸੇ ਨੇ ਜਿਨ੍ਹਾਂ ਨੂੰ ਡਾਕਟਰੀ ਸਹਾਇਤਾ ਦੀ ਲੋੜ ਪੈਂਦੀ ਹੈ। ਬਾਕੀਆਂ ਨੂੰ ਤਾਂ ਅਸੀਂ ਸਿਰਫ ਇਹ ਕਹੀਦਾ ਵੀ ਜੇ ਤੁਹਾਨੂੰ ਕੋਈ ਸਿੰਪਟਮ ਨਹੀਂ ਹੈ ਤਾਂ ਆਪਣਾ 10 ਦਿਨ ਦਾ ਇਕਾਂਤਵਾਸ ਕੱਟੋ ਐਂਡ ਉਸ ਤੋਂ ਬਾਅਦ ਤੁਸੀਂ ਫਿੱਟ ਹੋ। ਅੱਛਾ, ਇੱਥੇ ਰਾਮਦੇਵ ਜਿਹੜੇ ਨੇ ਉਹ ਇੰਟਰਵਿਊ ਦੇ ਵਿੱਚ ਵੀ ਲਗਾਤਾਰ IMA ਜਿਹੜੇ ਡਾਕਟਰਸ ਨੇ ਉਹਨਾਂ ਨਾਲ ਇਹ ਡਿਬੇਟ ਕਰ ਰਹੇ ਨੇ, ਇਹ ਬਹਿਸ ਕਰ ਰਹੇ ਨੇ ਕਿ ਤੁਹਾਡੇ ਕੋਲ ਹਾਈਪਰਟੈਂਸ਼ਨ ਦੀ ਕੋਈ ਉਹ ਨਹੀਂ ਹੈਗੀ ਮੈਡੀਸਨ, ਪੱਕੀ ਮੈਡੀਸਨ ਹੈ ਕਿ ਨਹੀਂ। ਇੱਕ ਸਵਾਲ ਜਿਹੜਾ ਆ IMA ਡਾਕਟਰਸ ਤੋਂ ਪੁੱਛ ਰਹੇ ਨੇ ਕਿ ਤੁਹਾਡੇ ਕੋਲ ਕੀ ਹਾਈਪਰਟੈਂਸ਼ਨ ਦੀ ਪੱਕੀ, ਕਬਜ਼ ਦਾ ਕੀ ਪੱਕਾ ਤੁਹਾਡੇ ਕੋਲ ਇਲਾਜ ਹੈ ਕਿ ਨਹੀਂ, ਕਿ ਇਹ ਇਲਾਜ ਤਾਂ ਸਾਰੇ ਮੇਰੇ ਕੋਲ ਹੈਗੇ ਨੇ। ਫਿਰ ਕੋਰਨਲ ਵੀ ਉਹ ਕਿਤੇ ਨਾ ਕਿਤੇ ਕਹਿ ਰਹੇ ਨੇ ਵੀ ਆਯੁਰਵੇਦ ਮੇਰੇ ਕੋਲ ਬਹੁਤ ਵੱਡਾ ਇਲਾਜ ਆ, ਵੀ ਇਹ ਸਾਰਾ ਜਿਹੜਾ ਜਿੰਮਾ ਮੇਰੇ ਸਿਰ ਦਿੱਤਾ ਜਾਵੇ। ਦੇਖੋ ਗੱਲ ਇਹ ਹੈ, ਆਯੁਰਵੇਦ ਦੀ ਵਿੱਚ ਵੀ ਜੇ ਅਸੀਂ ਕਹੀਏ ਵੀ ਕਬਜ਼ ਦੀ ਕੋਈ ਐਸੀ ਦਵਾਈ, ਜੋ ਰਾਮਦੇਵ ਜੀ ਨੇ ਸਵਾਲ ਉਹਨਾਂ ਨੂੰ ਪੁੱਛਿਆ, ਮੈਂ ਅੱਜ ਰਾਮਦੇਵ ਜੀ ਨੂੰ ਸਵਾਲ ਕਰਦਾ ਕਿ ਕਿਆ ਤੁਹਾਡੇ ਕੋਲ ਕੋਈ ਐਸੀ ਦਵਾਈ ਹੈ ਜਿਹੜੀ ਇੱਕ ਦਿਨ ਲੈ ਲਈ ਔਰ ਸਾਰੀ ਉਮਰ ਲਈ ਕਬਜ਼ ਠੀਕ? ਕਿਸੇ ਕੋਲ ਵੀ ਨਹੀਂ ਹੈ ਇਹਦੀ ਦਵਾਈ। ਇਹ ਸਾਰੀਆਂ ਬਿਮਾਰੀਆਂ ਲਾਈਫ ਸਟਾਈਲ ਡਿਸਆਰਡਰਸ ਹੈ। ਜੇ ਅਸੀਂ ਆਪਣਾ ਲਾਈਫ ਸਟਾਈਲ ਠੀਕ ਕਰ ਲਾਂਗੇ ਤਾਂ ਅਸੀਂ ਇਹਨਾਂ ਬਿਮਾਰੀਆਂ ਤੋਂ ਬਚ ਜਾਵਾਂਗੇ। ਜੇ ਅਸੀਂ ਆਪਣਾ ਲਾਈਫ ਸਟਾਈਲ ਹੀ ਨਹੀਂ ਠੀਕ ਕਰਾਂਗੇ, ਇਹ ਸਾਡੀ ਜੀਵਨ ਸ਼ੈਲੀ ਦੀਆਂ ਬਿਮਾਰੀਆਂ। ਚੱਲਣਾ ਫਿਰਨਾ ਅਸੀਂ ਬੰਦ ਕੀਤਾ, ਗਲਤ ਖਾਣਾ ਅਸੀਂ ਸ਼ੁਰੂ ਕੀਤਾ, ਰੱਜ ਕੇ ਮਿੱਠਾ ਖਾਣਾ, ਰੱਜ ਕੇ ਮੈਦਾ ਖਾਣਾ, ਰੱਜ ਕੇ 버ਗਰ ਖਾਣੇ, ਰੱਜ ਕੇ ਨੂਡਲਸ ਖਾਣੇ, ਇਹ ਬਿਮਾਰੀਆਂ ਅਸੀਂ ਖੁਦ ਪਾਲੀਆਂ। ਇਹ ਜੇ ਸਾਰਾ ਕੁਝ ਬੰਦ ਕਰ ਦਈਏ, ਕੁਦਰਤ ਦਾ ਦਿੱਤਾ ਪੇੜ ਪੌਦਿਆਂ ਤੋਂ ਜੋ ਮਿਲਦਾ ਉਹ ਖਾ ਲਈਏ, ਤਾਂ ਅਸੀਂ ਵੈਸੇ ਹੀ ਸਵਸਥ, ਔਰ ਦਿਨ 'ਚ 1.5 ਘੰਟਾ ਪੈਦਲ ਚੱਲ ਲਈਏ, ਕੋਈ ਬਿਮਾਰੀ ਨੇੜੇ ਨਹੀਂ ਲੱਗੇਗੀ ਤੁਹਾਡੇ। ਸਿਰਫ ਲਾਈਫ ਸਟਾਈਲ ਠੀਕ ਕਰਨ ਦੀ ਗੱਲ ਹੈ। ਨਾ ਕਬਜ਼ ਹੋਏਗੀ, ਨਾ ਤੁਹਾਨੂੰ ਬਲੱਡ ਪ੍ਰੈਸ਼ਰ ਹੋਏਗਾ, ਨਾ ਡਾਇਬਟੀਜ਼ ਹੋਏਗੀ। ਤੁਸੀਂ ਆਪਣਾ ਜੀਵਨ ਸ਼ੈਲੀ ਠੀਕ ਕਰ ਲਓ। ਰਾਮਦੇਵ ਜੀ ਨੂੰ ਵੀ ਪੁੱਛੋ, ਉਹ ਸਾਰਾ ਦਿਨ ਯੋਗ ਕਰਦੇ ਨੇ। ਮੈਂ ਤਾਂ ਇਹ ਸੋਚ ਕੇ ਹੈਰਾਨ ਆ ਕਿ ਯੋਗੀ ਆਦਮੀ ਨੂੰ ਹੋਇਆ ਕੀ ਹੈ, ਵੀ ਇਹ ਕਰ ਕੀ ਰਹੇ ਨੇ। ਤੁਸੀਂ ਚੰਗੇ ਭਲੇ ਯੋਗੀ ਆਦਮੀ ਹੋ, ਮੈਂ ਇੱਜ਼ਤ ਕਰਦਾ ਉਹਨਾਂ ਦੀ, ਇਨਸਾਨ ਬਣਾਈ, ਜਿੰਨੀ ਉਹਨਾਂ ਦੀ ਬਾਡੀ 'ਚ ਫਲੈਕਸੀਬਿਲਿਟੀ ਹੈ। ਇਹ ਪਤਾ ਨਹੀਂ ਕਿਹੜਾ ਉਹਨਾਂ ਨੂੰ ਪੈਸਿਆਂ ਦਾ ਕੀ ਮਤਲਬ ਸ਼ੌਕ ਆਇਆ ਵੀ ਉਹ ਕੋਰੋਨਲ ਤੇ ਆਪਣਾ ਪਤੰਜਲੀ ਨੂੰ ਚਲਾਉਣ ਵਾਸਤੇ ਉਹ ਉਲਟੇ ਰਾਹ ਕਿਤੇ ਚੱਲ ਪਏ ਨੇ। ਤੇ ਦੇਖੋ ਇਹ ਲਾਈਫ ਸਟਾਈਲ ਡਿਸਆਰਡਰ ਨੇ, ਇਹਦਾ ਇਲਾਜ ਕਿਸੇ ਕੋਲ ਨਹੀਂ, ਇਹਦਾ ਇਲਾਜ ਸਾਡੇ ਕੋਲ ਹੈ, ਖੁਦ ਕੋਲ ਹੈ, ਇਨਸਾਨ ਕੋਲ ਖੁਦ ਕੋਲ ਹੈ। ਸਾਡਾ ਕੰਮ ਹੈ ਸਿਰਫ ਮਾਰਗਦਰਸ਼ਨ ਕਰਨਾ ਕਿ ਇਸ ਰਸਤੇ ਚੱਲਣਾ ਹੈ। ਚੱਲਣਾ ਤਾਂ ਹਰ ਇਨਸਾਨ ਨੇ ਖੁਦ ਚੱਲਣਾ ਹੈ। ਕੋਈ ਇਹਦੇ 'ਚ ਦਵਾਈ ਦੀ ਲੋੜ ਨਹੀਂ ਹੈ। ਦਵਾਈ ਦੀ ਲੋੜ ਸਿਰਫ ਇਹ ਹੈ, ਜਿਸ ਦਿਨ ਕਬਜ਼ ਹੋਗੀ ਉਸ ਦਿਨ ਆਯੁਰਵੇਦ ਵਾਲਿਆਂ ਨੂੰ ਵੀ ਕਾਇਮ ਚੂਰਨ ਰੋਜ਼ ਖਾਣਾ ਪੈਂਦਾ, ਈਸਬਗੁਲ ਦਾ ਛਿਲਕਾ ਰੋਜ਼ ਖਾਣਾ ਪੈਂਦਾ। ਐਸਾ ਕੋਈ ਉਹਨਾਂ ਕੋਲ ਵੀ ਐਸਾ ਕੋਈ ਇਲਾਜ ਨਹੀਂ ਹੈ ਕਿ ਜਿਹੜਾ ਇੱਕ ਵਾਰੀ ਦੇਤਾ ਤੇ ਮੁੜ ਕੇ ਕਿਸੇ ਦਵਾਈ ਦੀ ਲੋੜ ਨਹੀਂ। ਰਾਮਦੇਵ ਇੱਕ ਹੋਰ ਵੱਡਾ ਇਲਜ਼ਾਮ ਲਗਾ ਰਹੇ ਨੇ IMA ਉੱਤੇ ਕਿ ਜਿਹੜੇ ਡਾਕਟਰ ਨੇ ਉਹ ਸਟੀਰੋਇਡਸ ਦੇ ਪ੍ਰਿਸਕ੍ਰਿਪਸ਼ਨਸ ਬਹੁਤ ਦਿੰਦੇ ਨੇ, ਵੀ ਸਟੀਰੋਇਡ ਜਿਹੜਾ ਐਕਸੈਸਿਵ ਯੂਜ਼ ਦੇ ਵਿੱਚ ਜਿਹੜਾ ਆਪਣਾ ਕਿਸੇ ਪੇਸ਼ੈਂਟਸ ਨੂੰ ਦਿੱਤਾ ਜਾਂਦਾ ਆ। ਤੁਸੀਂ ਮੰਨਦੇ ਹੋ ਵੀ ਅੱਜ ਦੀ ਇਸ ਮੈਡੀਕਲ ਇੰਡਸਟਰੀ ਦੇ ਵਿੱਚ ਕਿ ਸਟੀਰੋਇਡਸ ਨੂੰ ਬਹੁਤ ਜ਼ਿਆਦਾ ਪੇਸ਼ੈਂਟਸ ਦੇ ਉੱਤੇ ਹਾਵੀ ਕੀਤਾ ਜਾਂਦਾ ਹੈ? ਦੇਖੋ ਇੱਦਾਂ ਹੈ, ਸੈਕਿੰਡ ਵੇਵ 'ਚ ਦੁਨੀਆ ਦੀ ਜੇ ਜਾਨ ਬਚੀ ਹੈ ਤਾਂ ਉਹ ਇਹਨਾਂ ਸਟੀਰੋਇਡਸ ਕਰਕੇ ਬਚੀ ਹੈ। ਇਹ ਲਾਈਫ ਸੇਵਿੰਗ ਦਵਾਈਆਂ ਨੇ, ਇਹ ਜਾਨ ਬਚਾਊ ਦਵਾਈਆਂ ਨੇ, ਜੀਵਨ ਰਕਸ਼ਕ ਦਵਾਈਆਂ ਨੇ। ਲੇਕਿਨ ਇਹ ਸਿਰਫ ਉੱਥੇ ਦਿੱਤੀਆਂ ਜਾਂਦੀਆਂ ਜਿੱਥੇ ਜਿਹੜਾ ਵਾਇਰਸ ਹੈ ਉਹ ਫੇਫੜਿਆਂ ਚਲਾ ਜਾਂਦਾ, ਨਿਮੋਨੀਆ ਹੋ ਜਾਂਦਾ ਔਰ ਮਰੀਜ਼ ਦੀ ਆਕਸੀਜਨ ਘਟਣ ਲੱਗਦੀ ਹੈ। 91 ਤੋਂ ਥੱਲੇ ਆਕਸੀਜਨ ਜਾਏ ਤਾਂ ਸਟੀਰੋਇਡਸ ਦਾ ਇਸਤੇਮਾਲ ਹੁੰਦਾ ਹੈ। ਇਹ ਨਹੀਂ ਹੈ ਕਿ ਪਹਿਲੇ ਦਿਨ ਹੀ ਸਟੀਰੋਇਡ ਦੇ ਦਿੰਦੇ ਆ। ਰਾਮਦੇਵ ਜੀ ਨੂੰ ਪਹਿਲਾਂ ਪੂਰੀ ਜਾਣਕਾਰੀ ਲੈ ਲੈਣੀ ਚਾਹੀਦੀ ਹੈ। 6ਵੇਂ ਜਾਂ 7ਵੇਂ ਦਿਨ ਇਸ ਦੀ ਲੋੜ ਪੈਂਦੀ ਹੈ ਔਰ ਅਗਲੇ 5-7-10 ਦਿਨ ਇਹਦਾ ਇਸਤੇਮਾਲ ਹੁੰਦਾ ਹੈ। ਔਰ ਦੂਜੀ ਗੱਲ, ਰੂਮੇਟੋਇਡ ਅਰਥਰਾਈਟਿਸ ਗਠੀਆ ਦੇ ਮਰੀਜ਼ਾਂ ਨੂੰ ਸਾਲੋਂ ਸਾਲ ਸਟੀਰੋਇਡ ਦਿੱਤੇ ਜਾਂਦੇ ਨੇ। ਉਦੋਂ ਕੋਈ ਕਿਉਂ ਨਹੀਂ ਸੀ ਬੋਲਿਆ, ਅੱਜ ਕਿਉਂ ਬੋਲ ਰਹੇ ਹੋ? ਸਟੀਰੋਇਡ ਸਾਲੋਂ ਸਾਲ ਚੱਲਦੇ ਨੇ ਗਠੀਆ ਦੇ ਮਰੀਜ਼ਾਂ ਨੂੰ, ਦਮੇ ਦੇ ਮਰੀਜ਼ਾਂ ਨੂੰ, ਸਕਿਨ ਦੇ ਮਰੀਜ਼ਾਂ ਨੂੰ। ਕਈ ਐਸੀਆਂ ਬਿਮਾਰੀਆਂ ਨੇ ਜਿਹਦੇ 'ਚ ਸਟੀਰੋਇਡ ਸਾਲੋਂ ਸਾਲ ਚੱਲਦੇ ਨੇ।
ਉਦੋਂ ਕੋਈ ਕਿਉਂ ਨਹੀਂ ਬੋਲਦਾ? ਅੱਛਾ, ਤੁਹਾਡੇ ਹਿਸਾਬ ਨਾਲ ਡਾਕਟਰ ਸਾਹਿਬ ਵੀ ਜਿਵੇਂ ਹੁਣ ਯੋਗ ਗੁਰੂ ਨੂੰ ਇੱਕ ਬਿਜ਼ਨਸਮੈਨ ਬਣਨ ਦੀ ਕੀ ਪੈ ਗਈ ਸੀਗੀ ਵੀ ਜਦ ਉਹਨਾਂ ਦਾ ਯੋਗ ਦਾ ਇੱਕ ਬਹੁਤ ਵੱਡਾ ਨਾਮ ਸੀਗਾ, ਲੋਕ ਜਿਹੜੇ ਸੀ ਉਹਨਾਂ ਦੇ ਸ਼ਿਵਰ ਜਿਹੜੇ ਸੀ ਅਟੈਂਡ ਕਰਦੇ ਹੁੰਦੇ ਸੀਗੇ, ਬਹੁਤ ਰਿਸਪੈਕਟ ਕਰਦੇ ਸੀ ਲੋਕ ਉਹਨਾਂ ਦੀ ਜਦੋਂ ਯੋਗ ਸਿਖਾਉਂਦੇ ਹੁੰਦੇ ਸੀਗੇ। ਇੱਕ ਪਤੰਜਲੀ ਦਾ ਕੰਪਨੀ ਬਣਾਉਣੀ, ਉਸ ਨੂੰ ਰਜਿਸਟਰ ਕਰਨਾ, ਉਸ ਤੋਂ ਬਾਅਦ ਹਰ ਇੱਕ ਪ੍ਰੋਡਕਟ ਮੈਂ ਕਹਿ ਸਕਦਾ ਹਰ ਇੱਕ ਜਿਹੜੀ ਚੀਜ਼ ਹੈ ਪਤੰਜਲੀ ਦੇ ਵਿੱਚ ਮਿਲਦੀ ਹੈ ਤੇ ਉਸ ਨੂੰ ਇੰਨਾ ਲੇਮ ਲਾਈਟ ਦੇ ਵਿੱਚ ਲੈ ਕੇ ਆਉਣਾ ਕਿ ਮੇਡ ਇਨ ਇੰਡੀਆ ਕਰਕੇ ਵੀ ਇੱਕ ਯੋਗ ਗੁਰੂ ਨੂੰ ਇੱਕ ਬਿਜ਼ਨਸਮੈਨ ਬਣਨ ਦੀ ਕੀ ਲੋੜ ਪੈ ਗਈ ਸੀ? ਦੇਖੋ, ਇਹ ਉਹਨਾਂ ਦਾ ਪਰਸਨਲ ਲਾਈਫ ਹੈ ਤੇ ਪਰਸਨਲ ਲਾਈਫ 'ਚ ਉਹਨਾਂ ਨੇ ਕਿਉਂ ਕੀਤਾ ਇਹ ਗੱਲ ਤਾਂ ਡਿਬੇਟ ਦਾ ਮੈਟਰ ਨਹੀਂ ਹੈ, ਲੇਕਿਨ ਇਹ ਉਹਨਾਂ ਦਾ ਪਰਸਨਲ ਮੈਟਰ ਹੈ ਵੀ ਕਿਉਂ ਕੀਤਾ। ਲੇਕਿਨ ਮੈਂ ਇਹ ਕਹਿਣਾ, ਜੇ ਬਿਜ਼ਨਸ 'ਚ ਆਉਣਾ ਵੀ ਹੈ ਤਾਂ ਇਮਾਨਦਾਰੀ ਕਿਉਂ ਛੱਡੀ? ਜੇ ਤੁਸੀਂ ਯੋਗ ਗੁਰੂ ਹੋ, ਤੁਸੀਂ ਦੁਨੀਆ ਨੂੰ ਸਿੱਖਿਆ ਦੇ ਰਹੇ ਹੋ, ਦੁਨੀਆ ਨੂੰ ਮੱਤ ਸਿਖਾ ਰਹੇ ਹੋ ਤੇ ਮੱਤ ਸਿਖਾਉਣ ਦੇ ਨਾਲ ਉਲਟੇ ਕੰਮ ਤੇ ਕਿਉਂ ਲੱਗ ਗਏ? ਤੁਸੀਂ ਜੋ ਮਰਜ਼ੀ ਕਰੋ ਲੇਕਿਨ ਤੁਸੀਂ ਲੋਕਾਂ ਨੂੰ ਭਰਮ 'ਚ ਤਾਂ ਨਾ ਪਾਓ। ਲੋਕਾਂ ਨੂੰ, ਜਿਹੜੇ ਡਾਕਟਰਾਂ ਨੇ ਕਰੋੜਾਂ ਲੋਕਾਂ ਦੀ ਜਾਨ ਬਚਾਈ ਹੈ, ਉਹਨਾਂ ਨੂੰ ਅਪਸ਼ਬਦ ਤਾਂ ਨਾ ਕਹੋ। ਉਹਨਾਂ ਨੂੰ ਕਿਉਂ ਤੁਸੀਂ ਉਹਨਾਂ ਦਾ ਮਜ਼ਾਕ ਉਡਾ ਰਹੇ ਹੋ? ਉਹਨਾਂ ਦਾ ਨਹੀਂ ਮਜ਼ਾਕ ਉਡਾ ਰਹੇ, ਤੁਸੀਂ ਆਪਣਾ ਮਜ਼ਾਕ ਉਡਾ ਰਹੇ ਹੋ। ਉਹਨਾਂ ਦਾ ਤਾਂ ਨਾ ਦੇਖੋ, ਕਿਸੇ ਨੂੰ ਕੁਝ ਕਿਹਾ ਅਗਲਾ ਨਹੀਂ ਮਾੜਾ ਹੋ ਜਾਂਦਾ, ਇਹ ਤਾਂ ਜਿਹੜਾ ਬੋਲ ਰਿਹਾ ਉਹਦਾ ਮੂੰਹ ਖਰਾਬ ਹੋਏਗਾ। ਇਹ ਤਾਂ ਆਪਣਾ ਨੁਕਸਾਨ ਆਪ ਕਰ ਰਹੇ ਨੇ, ਵਿਸ਼ਵ ਭਰ 'ਚ ਆਪਣੀ ਫਜ਼ੀਹਤ ਕਰਾ ਰਹੇ ਆ, ਪੂਰੇ ਵਿਸ਼ਵ 'ਚ ਥੂ ਥੂ ਹੋ ਰਹੀ ਹੈ ਇਹਨਾਂ ਦੀ। ਇੱਕ ਬਹੁਤ ਵੱਡਾ ਸਟੇਟਮੈਂਟ ਰਾਮਦੇਵ ਦਾ ਆਇਆ ਜਿਸ ਦੇ ਵਿੱਚ ਉਹਨਾਂ ਨੇ ਇੱਕ ਵੀਡੀਓ ਦੇ ਵਿੱਚ ਇੱਕ ਸਾਰੇ ਜਿਹੜੇ ਨੇ ਆਮ ਤੌਰ ਤੇ ਬੈਠੇ ਨੇ ਤਾਂ ਉਹਨਾਂ ਦੇ ਵਿੱਚ ਗੱਲ ਚੱਲ ਪਈ ਹੈ ਵੀ ਫੜ ਤਾਂ ਮੈਨੂੰ ਕਿਸੇ ਦਾ ਪਿਓ ਵੀ ਨਹੀਂ ਸਕਦਾ, ਕਿਸੇ ਦਾ ਬਾਪ ਵੀ ਜਿਹੜਾ ਮੁਝੇ ਪਕੜ ਨਹੀਂ ਸਕਦਾ, ਵੀ ਇਹੋ ਜਿਹੀਆਂ ਸਟੇਟਮੈਂਟ ਇੱਕ ਮੀਡੀਆ ਚੈਨਲਸ ਦੇ ਉੱਤੇ ਦੇਣੀਆਂ, ਉਹ ਫਿਰ ਵੀਡੀਓ ਵਾਇਰਲ ਹੋਣੀ। ਵੀ ਤੁਹਾਨੂੰ ਕੀ ਲੱਗਦਾ ਵੀ ਖੁਦ ਰਾਮਦੇਵ ਵੀ ਬੋਲ ਰਹੇ ਨੇ ਕਿ ਉਹਨਾਂ ਨੂੰ ਪਤਾ ਵੀ ਪਿੱਛੇ ਉਹਨਾਂ ਦੇ ਕੋਈ ਹੈ ਸਪੋਰਟ ਕਰਨ ਵਾਸਤੇ ਸਰਕਾਰੀ ਦਰਬਾਰੇ? ਦੇਖੋ, ਬਿਲਕੁਲ ਜੋ ਤੁਸੀਂ ਕਹਿ ਰਹੇ ਹੋ, ਹੁਣ ਇਸ ਵੀਡੀਓ ਦੇ ਬਾਰੇ ਜਦੋਂ ਆਚਾर्य ਬਾਲਕ੍ਰਿਸ਼ਨ ਜੀ ਨੂੰ ਪੁੱਛਿਆ ਗਿਆ ਤੇ ਉਹਨਾਂ ਨੇ ਕਿਹਾ ਇਹ ਪੁਰਾਣੀ ਵੀਡੀਓ ਹੈ, ਇਹ ਨਵੀਂ ਨਹੀਂ ਹੈ। ਲੇਕਿਨ ਮੈਂ ਤਾਂ ਇੱਕ ਗੱਲ ਕਰ ਰਿਹਾ ਵੀ ਪੁਰਾਣੀ ਵੀ ਹੈ ਤਾਂ ਕਿਉਂ ਹੈ, ਔਰ ਕਿਸ ਇਨਸਾਨ ਦੀ ਐਸੀ ਕਿਆ ਹਿੰਮਤ ਹੈ ਕਿ ਉਹ ਐਸੇ ਬਿਆਨ ਦੇਵੇ। ਦੇਖੋ, ਇਸ ਮੌਕੇ ਤੇ IMA ਨੇ ਵੀ ਗੁਜ਼ਾਰਿਸ਼ ਕੀਤੀ ਹੈ ਕਿ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ, ਲੋੜੀਂਦੀ ਕਾਰਵਾਈ ਹੋਣੀ ਚਾਹੀਦੀ ਹੈ। ਚਲੋ ਦੇਖੋ ਜੋ ਹੋਏਗਾ। ਦੇਖੋ, ਅਸੀਂ ਤਾਂ ਸੁਜੈਸ਼ਨ ਦੇ ਸਕਦੇ ਹਾਂ ਵੀ ਜੋ ਉਹਨਾਂ ਦਾ ਰਿਸਪੈਕਟੇਬਲ ਪ੍ਰੋਫੈਸ਼ਨ ਹੈ, ਯੋਗ ਗੁਰੂ ਬਹੁਤ ਵੱਡੀ ਚੀਜ਼ ਹੈ, ਉਹਨਾਂ ਨੂੰ ਆਪਣਾ ਪਰਸਨਲ ਗੇਨਸ ਜੋ ਕਰਨੇ ਆ ਠੀਕ ਹੈ, ਲੇਕਿਨ ਉਹਨਾਂ ਦਾ ਜਿਹੜਾ ਮਕਸਦ ਹੈ ਉਹ ਇਹ ਕੀਤਾ ਜਾਏ ਕਿ ਉਹ ਡਾਕਟਰਾਂ ਨੂੰ ਕੁਝ ਕਹਿਣ ਦੀ ਬਜਾਏ ਉਹ ਜਿਹੜੀ ਆਪਣੀ ਗੱਲ ਹੈ ਉਹ ਐਵੀਡੈਂਸ ਬੇਸਡ ਗੱਲ ਕਰਨ। ਜੋ ਵੀ ਗੱਲ ਕਰਨੀ ਹੈ ਉਹ ਐਵੀਡੈਂਸ ਬੇਸਡ ਗੱਲ ਕਰਨ, ਉਹ ਕੋਈ ਇੱਦਾਂ ਦੇ ਫੇਕ ਕਲੇਮਸ ਨਾ ਕਰਨ। ਪਰ ਡਾਕਟਰ ਸਾਹਿਬ, ਇੱਥੇ ਨਾਲ ਹੀ ਆਖਰੀ ਸਵਾਲ ਮੈਂ ਜ਼ਰੂਰ ਪੁੱਛੂੰਗਾ ਕਿ ਜਿਵੇਂ ਆਯੁਰਵੇਦ ਵੀ ਇੱਕ ਬਹੁਤ ਪੁਰਾਣੀ ਚੀਜ਼ ਹੈ, ਬਾਬਾ ਰਾਮਦੇਵ ਉਹਨਾਂ ਨੇ ਐਲੋਪੈਥੀ ਦੇ ਉੱਤੇ ਜਿਹੜੇ ਇਲਜ਼ਾਮ ਚੱਕੇ, ਪਰ ਕੀ IMA ਨੂੰ ਜ਼ਰੂਰੀ ਸੀਗਾ ਕਿ ਆਯੁਰਵੇਦ ਉੱਤੇ ਵੀ ਸਵਾਲ ਚੱਕਣੇ ਜ਼ਰੂਰੀ ਨੇ? ਕਿ IMA ਨੂੰ ਵੀ, ਜਿਵੇਂ ਕਈ ਡਾਕਟਰ ਜਿਹੜੇ ਸੀ ਉਸ ਡਿਬੇਟ ਦੇ ਵਿੱਚ ਬੈਠੇ ਸੀਗੇ, ਵੀ ਉਹਨਾਂ ਨੇ ਵੀ ਕਿਤੇ ਨਾ ਕਿਤੇ ਆਯੁਰਵੇਦ ਨੂੰ ਕਹਿਣ ਦੀ ਕੋਸ਼ਿਸ਼ ਕੀਤੀ ਕਿ ਇਹ ਚੀਜ਼ ਜ਼ਰੂਰੀ ਨੇ ਕਿ ਆਯੁਰਵੇਦ ਜਾਂ ਐਲੋਪੈਥੀ ਨੂੰ ਵਰਸਿਸ ਦੇ ਵਿੱਚ ਕਰਕੇ ਆਉਣਾ ਵੀ ਕਿ ਐਲੋਪੈਥੀ ਜ਼ਿਆਦਾ ਵਧੀਆ ਜਾਂ ਆਯੁਰਵੇਦ ਜ਼ਿਆਦਾ ਵਧੀਆ? ਨਹੀਂ, ਐਸਾ ਕਿਸੇ IMA ਦੇ ਡਾਕਟਰ ਜਿਹੜੇ ਨੈਸ਼ਨਲ ਪ੍ਰੈਜ਼ੀਡੈਂਟ ਹੈ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਐਲੋਪੈਥਿਕ ਦੀ ਪੜ੍ਹਾਈ ਕੀਤੀ ਹੈ। ਵਾਕਈ ਦੇਖੋ, ਜਿਹੜਾ ਸਿਸਟਮ ਆਫ ਮੈਡੀਸਨ ਹੈ ਜਿਹਦੇ 'ਚ ਪੜ੍ਹਾਈ ਕੀਤੀ ਹੈ ਉਹਦੇ ਬਾਰੇ ਤੁਹਾਨੂੰ ਪਤਾ ਹੈ, ਉਹ ਆਪਣੇ ਸਿਸਟਮ ਦੀ ਗੱਲ ਕਰੇ। IMA ਨੇ ਐਸਾ ਕਿਤੇ ਨਹੀਂ ਕਿਹਾ। ਉਹਨਾਂ ਨੇ ਆਯੁਰਵੇਦ ਨੂੰ ਆਪਣਾ ਕੰਮ ਕਰਨ ਲਈ ਕਿਹਾ ਔਰ ਮਾਡਰਨ ਮੈਡੀਸਨ ਆਪਣਾ ਕੰਮ ਕਰੇਗੀ, ਹੋਮਿਓਪੈਥੀ ਕਰੇਗਾ, ਆਪਣੇ ਆਪਣੇ ਸਿਸਟਮ 'ਚ ਪ੍ਰੈਕਟਿਸ ਕਰਨ ਨੂੰ ਕਿਹਾ। ਉਹਨਾਂ ਨੇ ਇਹ ਨਹੀਂ ਕਿਹਾ ਕਿ ਆਯੁਰਵੇਦ ਮਾੜਾ ਹੈ। ਆਯੁਰਵੇਦ ਨੂੰ ਕੋਈ ਮਾੜਾ ਕਹਿ ਹੀ ਨਹੀਂ ਸਕਦਾ। ਆਯੁਰਵੇਦ ਵਿਸ਼ਵ ਦੀ ਸਭ ਤੋਂ ਪੁਰਾਣੀ ਪੱਧਤੀ ਔਰ ਪੂਰਾ ਵਿਸ਼ਵ ਅਪਣਾ ਰਿਹਾ ਹੁਣ ਤਾਂ ਆਯੁਰਵੇਦ ਨੂੰ। ਹੁਣ ਤਾਂ ਆਯੁਰਵੇਦ ਦਾ ਪੂਰਾ ਵਿਸ਼ਵ, ਯੋਗ ਨੂੰ ਪੂਰਾ ਵਿਸ਼ਵ ਅਪਣਾ ਰਿਹਾ, ਆਯੁਰਵੇਦ ਨੂੰ ਪੂਰਾ ਵਿਸ਼ਵ ਅਪਣਾ ਰਿਹਾ, ਹੋਮਿਓਪੈਥੀ ਨੂੰ ਪੂਰਾ ਵਿਸ਼ਵ ਅਪਣਾ ਰਿਹਾ। ਇਹਨਾਂ ਹਰ ਸਿਸਟਮ ਦਾ ਆਪਣੀ ਆਪਣੀ ਜਗ੍ਹਾ ਹੈ, ਇਹ ਆਪਣਾ ਆਪਣਾ ਸ਼ੇਅਰ ਹੈ ਔਰ ਆਪਣੇ ਆਪਣੇ ਸ਼ੇਅਰ ਵਰਲਡ 'ਚ ਨੰਬਰ 2 ਤੇ ਹੋਮਿਓਪੈਥੀ ਹੈ, ਨੰਬਰ 3 ਤੇ ਆਯੁਰਵੇਦ ਆਉਂਦਾ ਜੀ। ਆਖਰੀ ਸਵਾਲ ਡਾਕਟਰ ਸਾਹਿਬ ਇਹ ਹੋਊਗਾ ਵੀ ਕੀ ਲੋੜ ਪੈ ਗਈ ਸੀ ਜੇ ਐਸੇ ਸਟੇਟਮੈਂਟ ਦੇਣ ਦੀ, ਜੇ ਸਟੇਟਮੈਂਟ ਵਾਪਸ ਹੀ ਲੈਣੇ ਸੀਗੇ? ਸਟੇਟਮੈਂਟ ਜਿਵੇਂ ਉਹਨਾਂ ਨੇ ਇੰਟਰਵਿਊ ਦੇ ਵਿੱਚ ਕਹਿ ਵੀ ਦਿੱਤਾ ਕਿ ਮੈਂ ਆਪਣੀ ਸਟੇਟਮੈਂਟ ਵਾਪਸ ਲੈਣਾ, ਫਿਰ ਦੇਣ ਦੀ ਕੀ ਲੋੜ ਪੈ ਗਈ ਸੀ? ਦੇਖੋ, ਇਸ ਤਰ੍ਹਾਂ ਹੈ, ਸਟੇਟਮੈਂਟ ਲੈਣਾ ਔਰ ਨਾ ਦੇਣਾ ਇਹ ਉਹਨਾਂ ਦਾ, ਫਿਰ ਮੈਂ ਕਹਾਂਗਾ ਕਿ ਮੈਟਰ ਤਾਂ ਪਰਸਨਲ ਹੈ, ਲੇਕਿਨ ਦੇਸ਼ ਦੇ ਹਿੱਤ ਵਿੱਚ ਉਹਨਾਂ ਨੂੰ ਕਿਸੇ ਨੂੰ ਬਰਗਲਾਉਣਾ ਨਹੀਂ ਚਾਹੀਦਾ। ਇਹਨਾਂ ਨੂੰ ਐਸੇ ਬਿਆਨ ਨਹੀਂ ਦੇਣੇ ਚਾਹੀਦੇ। ਡਾਕਟਰ, ਖਾਸ ਕਰ ਦੇਵਤਾ ਸਰੂਪ ਡਾਕਟਰਾਂ ਦੇ ਖਿਲਾਫ ਇਹੋ ਜਿਹੇ ਬਿਆਨ ਦੇਣਾ ਤਾਂ ਬਹੁਤ ਮੰਦਭਾਗੀ ਗੱਲ ਹੈ ਜੀ।
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਇਹ ਸਨ ਡਾਕਟਰ HK ਖਰਮਾ ਦਾ। ਤੁਸੀਂ ਦੇਖ ਹੀ ਲਿਆ ਕਿ ਜਿਹੜਾ ਹੁਣ ਇਲਜ਼ਾਮ ਜਿਹੜੇ ਨੇ ਐਲੋਪੈਥੀ ਦੇ ਉੱਤੇ ਜਿਹੜੇ ਬਾਬਾ ਰਾਮਦੇਵ ਵੱਲੋਂ ਲਗਾਏ ਜਾ ਰਹੇ ਸੀ, ਜਿਸ ਤੋਂ ਬਾਅਦ ਨੋਟਿਸ ਵੀ ਜਿਹੜਾ IMA ਨੇ ਜਿਹੜਾ ਉਹਨਾਂ ਨੂੰ ਦਿੱਤਾ, ਜਾਰੀ ਕੀਤਾ, ਕੰਪਲੇਂਟ ਕੀਤੀ, ਪਰ ਉਸ ਤੋਂ ਬਾਅਦ ਕਾਫੀ ਇੰਟਰਵਿਊਜ਼ ਵੀ ਜਿਹੜੀਆਂ ਵਾਇਰਲ ਹੋ ਰਹੀਆਂ ਨੇ। ਜਿਵੇਂ ਇੱਕ ਕਲਿੱਪ ਵਾਇਰਲ ਹੋਈ ਸੀ ਜਿਹੜੀ ਬਾਲਕ੍ਰਿਸ਼ਨ ਵੱਲੋਂ ਕਿਹਾ ਗਿਆ ਸੀਗਾ, ਆਚਾਰਿਆ ਬਾਲਕ੍ਰਿਸ਼ਨ ਵੱਲੋਂ ਕਿਹਾ ਗਿਆ ਕਿ ਇਹ ਜਿਹੜੀ ਕਲਿੱਪ ਜਿਹੜੀ ਸੀ ਪੁਰਾਣੀ ਸੀ। ਪਰ ਬਹੁਤ ਵੱਡੇ ਸਵਾਲ ਜਿਹੜੇ ਨੇ ਹੁਣ ਇੱਕ ਨੈਸ਼ਨਲ ਮੀਡੀਆ ਤੋਂ ਜਿਹੜਾ ਆ ਇੱਕ ਜਿਹੜੀ ਇਹ ਇੰਟਰਵਿਊ ਜਿਹੜੀ ਵਾਇਰਲ ਹੁੰਦੀ ਹੈ, ਉਸ ਤੋਂ ਬਾਅਦ ਪੂਰੇ ਵਰਲਡ ਦੇ ਵਿੱਚ ਇੰਟਰਨੈਸ਼ਨਲ ਆਡੀਅנס ਤੱਕ ਇਹ ਜਾਂਦੀ ਹੈ, ਤੇ ਇੱਕ ਬਹੁਤ ਵੱਡੀ ਇਮੇਜ ਜਿਹੜੀ ਹੈ ਬਣੀ ਹੋਈ ਸੀ ਯੋਗ ਗੁਰੂ ਬਾਬਾ ਰਾਮਦੇਵ ਦੀ, ਉਹ ਕਿਤੇ ਨਾ ਕਿਤੇ ਢਹਿੰਦੀ ਹੋਈ ਨਜ਼ਰ ਆ ਰਹੀ ਹੈ ਜਦੋਂ ਦਾ ਉਹਨਾਂ ਨੇ ਇਹ ਡਿਸੀਜਨ, ਇਹ ਸਟੇਟਮੈਂਟ ਦਿੱਤੀ ਹੈ ਕਿ ਜਿਹੜੇ ਐਲੋਪੈਥੀ ਹੈ ਜਾਂ ਡਾਕਟਰਸ ਬਾਰੇ ਜੋ ਵੀ ਉਹ ਬੋਲੇ ਰਹੇ, ਉਹ ਸਟੇਟਮੈਂਟ ਤੋਂ ਬਾਅਦ ਕਿਤੇ ਨਾ ਕਿਤੇ ਜਿਹੜੀ ਉਹਨਾਂ ਦੀ ਇਮੇਜ ਇੱਕ ਬਣੀ ਸੀ, ਉਹ ਕਿਤੇ ਨਾ ਕਿਤੇ ਢਹਿੰਦੀ ਨਜ਼ਰ ਆ ਰਹੀ ਹੈ। ਲੋਕ ਹੁਣ ਇਸ ਚੀਜ਼ 'ਤੇ ਕਾਫੀ ਸਵਾਲ ਖੜੇ ਕਰ ਰਹੇ ਨੇ ਕਿ ਕੀ ਲੋੜ ਪੈ ਗਈ ਸੀ ਆਯੁਰਵੈਦ ਤੇ ਐਲੋਪੈਥੀ ਨੂੰ ਵਰਸਿਸ ਦੇ ਵਿੱਚ ਕਰਨ ਵਾਸਤੇ। ਜੇ ਦੋਨੋਂ ਮਿਲ ਕੇ ਕੰਮ ਕਰ ਸਕਦੇ ਨੇ ਤਾਂ ਫਿਰ ਇਸ ਤੋਂ ਚੰਗੀ ਗੱਲ ਹੋਰ ਕੀ ਹੋ ਸਕਦੀ ਹੈ। ਹੋਰ ਇਹੋ ਜਿਹੇ ਟੌਪਿਕਸ ਉੱਤੇ ਜਲਦ ਤੋਂ ਜਲਦ ਡਿਬੇਟਸ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਕਰਦੇ ਰਹਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਬੱਲ ਨੂੰ ਦਿਓ ਇਜਾਜ਼ਤ ਤੇ ਵੇਖਦੇ ਰਹੋ ਪੰਜਾਬ ਨਿਊਜ਼। ਧੰਨਵਾਦ।